ਸਿਆਸਤ ਵਿੱਚ ਅੱਜਕੱਲ ਸਿੰਗਰਾਂ ਦਾ ਬੋਲਬਾਲਾ ਹੈ। ਵੈਸੇ ਤਾਂ ਜਿੱਥੇ ਵੀ ਸੁਰਖੀਆਂ ਵਿੱਚ ਰਹਿਣ ਦੀ ਕੋਈ ਗੱਲ ਹੁੰਦੀ ਹੈ ਤਾਂ ਪੰਜਾਬੀ ਗਾਇਕ ਕੋਈ ਮੌਕਾ ਨਹੀਂ ਛੱਡਦੇ ਤੇ ਹੁਣ ਰੁੱਤ ਸਿਆਸਤ ਦੀ ਹੈ। ਸੋ ਪੰਜਾਬ ਦੀ ਸਿਆਸਤ ਵਿੱਚ ਪੰਜਾਬੀ ਗਾਇਕਾਂ ਦੀ ਐਂਟਰੀ ਹੋਣ ਲੱਗ ਪਈ ਹੈ। ਜਦੋਂ ਇੱਕ ਤੋਂ ਬਾਅਦ ਇੱਕ ਪਾਰਟੀ ਗਾਇਕਾਂ ਨੂੰ ਆਪਣੀਆਂ ਪਾਰਟੀਆਂ ਵਿੱਚ ਸ਼ਾਮਲ ਕਰਵਾ ਰਹੀ ਹੈ, ਉਦੋਂ ਪੰਜਾਬੀ ਗਾਇਕ ਬੱਬੂ ਮਾਨ ਨੇ ਕੁਝ ਅਜਿਹਾ ਕਰ ਦਿੱਤਾ ਕਿ ਸਿਆਸੀ ਪਾਰਟੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ। ਜੋ ਜਾਗ ਕਿਸਾਨੀ ਅੰਦੋਲਨ ਨੇ ਪੰਜਾਬੀਆਂ ਵਿੱਚ ਲਗਾਈ ਹੈ, ਲੱਗਦਾ ਛੇਤੀ ਉਸ ਦਾ ਅਸਰ ਘਟਣ ਵਾਲਾ ਨਹੀਂ ਹੈ। ਇਸ ਦਾ ਸਿੱਟਾ ਹੈ ਗਾਇਕ ਬੱਬੂ ਮਾਨ ਤੇ ਉਸ ਦੇ ਸਾਥੀਆਂ ਦਾ ਨਵਾਂ ਕਦਮ। ਪੰਜਾਬੀ ਗਾਇਕ ਬੱਬੂ ਮਾਨ, ਡਾਇਰੈਕਟਰ ਅਮਿਤੋਜ ਮਾਨ, ਅਭਿਨੇਤਰੀ ਗੁਲ ਪਨਾਗ, ਰਣਜੀਤ ਬਾਵਾ ਤੇ ਜਸ ਬਾਜਵਾ ਤੇ ਹੋਰ ਸਾਥੀਆਂ ਨੇ ਮਿਲ ਕੇ ਇੱਕ ਨਵਾਂ ਫਰੰਟ ਬਣਾਇਆ ਹੈ, ਜਿਸ ਦਾ ਨਾਮ ਹੈ ਜੂਝਦਾ ਪੰਜਾਬ। ਸੋ ਬੱਬੂ ਮਾਨ ਦੀ ਇਹ ਜਥੇਬੰਦੀ ਪੰਜਾਬ ਦੇ ਹੱਕਾਂ ਲਈ ਕਿਸਾਨ ਅੰਦੋਲਨ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖੇਗੀ, ਜਿਸ ਵਿੱਚ ਕਈ ਮਾਹਿਰਾਂ ਤੇ ਬੁੱਧੀਜੀਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਜਥੇਬੰਦੀ ਦਾ ਮੁੱਖ ਮਕਸਦ ਸਰਕਾਰਾਂ ਉੱਤੇ ਨਜ਼ਰ ਰੱਖਣਾ ਹੋਵੇਗਾ। ਜੂਝਦਾ ਪੰਜਾਬ ਜਥੇਬੰਦੀ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਜੂਝਣ ਲਈ ਮਜਬੂਰ ਕਰਦੀ ਰਹੇਗੀ ਤੇ ਸਰਕਾਰਾਂ ਤੇ ਇੱਕ ਪ੍ਰੈਸ਼ਰ ਬਣਾ ਕੇ ਰੱਖੇਗੀ। ਬੱਬੂ ਮਾਨ ਦੇ ਇਸ ਕਦਮ ਨੇ ਦੱਸ ਦਿੱਤਾ ਕਿ ਬਾਕੀ ਗਾਇਕਾਂ ਨਾਲੋਂ ਕਿਉਂ ਵੱਖ ਨੇ, ਕਿਉਂਕਿ ਉਹ ਦਿਲ ਵਿੱਚ ਪੰਜਾਬ ਦਾ ਦਰਦ ਲੈ ਕੇ ਚੱਲਦੇ ਨੇ। ਉਹਨਾਂ ਦੀ ਬੁੱਧੀਜੀਵੀ ਤੇ ਚੇਤਨ ਸੋਚ ਉਹਨਾਂ ਨੂੰ ਬਾਕੀਆਂ ਤੋਂ ਵੱਖ ਕਰਦੀ ਹੈ। ਆਪਣੀ ਜਥੇਬੰਦੀ ਦਾ ਆਗਾਜ਼ ਕਰਦੇ ਹੋਏ ਬੱਬੂ ਮਾਨ ਨੇ ਆਪਣੇ ਨਾਲ ਜੁੜੇ ਬੁੱਧੀਜੀਵੀਆਂ ਦਾ ਵੀ ਧੰਨਵਾਦ ਕੀਤਾ। ਇਹ ਜਦੋਂ ਅੰਦੋਲਨ ਚੱਲਿਆ ਨਾ, ਜਦੋਂ ਦੁਨੀਆ ਬਦਲਦੀ ਹੈ ਤਾਂ ਸਾਰੇ ਜਵਾਨ ਹੀ ਸੀ। ਜਦੋਂ ਪਹਿਲਾਂ ਰੋਕਾਂ ਤੋੜ ਕੇ ਗਏ ਆ, ਉੱਥੇ ਤਾਂ ਕੋਈ ਗੀਤ ਵੀ ਨਹੀਂ ਸੀ ਚੱਲਦਾ। ਉਹ ਕਿਉਂ? ਕਿਉਂਕਿ ਇੱਕ ਦਰਦ ਸੀ। ਨੱਚਣਾ, ਗਾਉਣਾ, ਹੱਸਣਾ ਇਹ ਇੱਕ ਅਲੱਗ ਦੁਨੀਆ ਹੈ। ਪਰ ਜਦੋਂ ਆਪਾਂ ਕਿਸੇ ਮੁੱਦੇ ਤੇ ਤੁਰਦੇ ਆ, ਜਦੋਂ ਆਪਣੀ ਹੋਂਦ ਨੂੰ ਖਤਰਾ ਹੋ ਜਾਂਦਾ ਹੈ, ਜਦੋਂ ਸਾਡੀ ਖੇਤੀਬਾੜੀ ਨੂੰ ਕੋਈ ਨੱਥ ਪਾ ਲੈਂਦਾ, ਫਿਰ ਅਸੀਂ ਉਸ ਤਰੀਕੇ ਨਾਲ ਤੁਰਦੇ ਹਾਂ। ਤੋਂ ਜਿਹੜਾ ਪਹਿਲਾ ਹੱਲਾ ਸੀ, ਇਹ ਨੌਜਵਾਨ ਹੀ ਦਿੱਲੀ ਮਾਰ ਕੇ ਲੈ ਗਏ। ਪਹਿਲੀਆਂ ਟਰਾਲੀਆਂ ਸਾਡੇ ਪਿੰਡਾਂ ਦੀਆਂ 5 ਟਰਾਲੀਆਂ ਗਈਆਂ ਸੀ। ਉਦੋਂ ਤਾਂ ਸਾਡੇ ਜਿਹੜੇ ਜੂਨੀਅਰ ਵਾਲੇ ਬੰਦੇ ਵੀ ਨਹੀਂ ਸੀ ਪਹੁੰਚੇ। 42-45 ਘੰਟੇ ਉਹ ਭੁੱਖੇ ਹੀ ਬੈਠੇ ਰਹੇ ਮੁੰਡੇ। ਉਹ ਜੋਸ਼ ਉਹਨਾਂ ਦਾ ਸੀ। ਉਸ ਤੋਂ ਬਾਅਦ ਲੋਕ ਜੁੜੇ, ਉਸ ਤੋਂ ਬਾਅਦ ਬਜ਼ੁਰਗ ਪਹੁੰਚੇ, ਉਸ ਤੋਂ ਬਾਅਦ ਫਿਰ ਬਜ਼ੁਰਗਾਂ ਨੇ ਵਾਗਡੋਰ ਸੰਭਾਲੀ। ਅੱਜ ਦੇਖ ਲਓ ਕਿੱਥੇ ਪਹੁੰਚ ਗਏ। ਹਰ ਸਵਾਲ ਚੋਂ ਸਵਾਦ ਨਾ ਲੱਭੀਏ। ਆਪਾਂ ਜਿਸ ਕੰਮ ਲਈ ਇਕੱਠੇ ਹੋਏ ਆ, ਸਵਾਦ ਵਾਲੀਆਂ ਗੱਲਾਂ ਕਰ ਲਾਂਗੇ ਬਾਅਦ ਚ, ਜਦੋਂ ਆਪਾਂ ਕਿਤੇ ਮੇਲੇ ਤੇ ਹੋਵਾਂਗੇ। ਸੋ ਅੱਜ ਇਹ ਕਿਉਂਕਿ ਇਹ ਬੜੇ ਔਖੇ ਇਕੱਠੇ ਕਰੇ ਆ, ਇਹ ਬੁੱਧੀਜੀਵ, ਇਹਨਾਂ ਦਾ ਇੱਕ ਆਪਣੀ ਮੜਕ ਹੈ। ਇਹਨਾਂ ਨੂੰ ਇੱਥੇ ਲਿਆਉਣਾ ਵੀ ਮਤਲਬ ਸਾਡੀ ਪ੍ਰਾਪਤੀ ਹੈ। ਇਹ ਵਿਦਵਾਨ ਲੋਕ ਹੈ। ਮੈਂ ਤਾਂ ਆਪਣੇ ਆਪ ਨੂੰ ਮੈਂ ਤਾਂ ਫਖਰ ਮਹਿਸੂਸ ਕਰਦਾ ਕਿ ਇਹਨਾਂ ਨੇ ਸਾਨੂੰ ਬਿਠਾਇਆ। ਸਾਡੀ ਏਡੀ ਮੈਂ ਤਾਂ ਪਰਸਨਲੀ ਕਹੂੰਗਾ, ਮੇਰੀ ਤਾਂ ਔਕਾਤ ਵੀ ਨਹੀਂ ਕਿ ਏਡੇ ਬਜ਼ੁਰਗ ਜਿਹੜੇ ਸਾਡੇ ਧਾਰਮਿਕ ਪੱਧਰ ਤੇ ਏਡੇ ਵੱਡੇ ਸਾਡੇ ਜਿਹੜੇ ਵਿਦਵਾਨ ਆ ਸਾਡੇ ਚ ਬੈਠੇ ਆ। ਸੋ ਬੇਨਤੀ ਹੈ ਕਿ ਆਪਾਂ ਪੰਜਾਬ ਦੀਆਂ ਗੱਲਾਂ ਕਰੀਏ। ਇਹ ਜਥੇਬੰਦੀ ਇੱਕ ਏਜੰਡੇ ਉੱਤੇ ਚੱਲੇਗੀ, ਜਿਸ ਬਾਰੇ ਅਮਿਤੋਜ ਮਾਨ ਨੇ ਜਾਣਕਾਰੀ ਦਿੱਤੀ। ਜੇ ਸਾਡੇ ਪਾਣੀ ਦੇ ਮਸਲੇ ਨੇ, ਸਾਡਾ ਪਰਾਲੀ ਵਾਲਾ ਮਸਲਾ, ਪੋਲਿਊਸ਼ਨ ਨਾਲ ਜੁੜ ਕੇ ਜਾਂ ਬਾਕੀਆਂ ਸਾਰੀਆਂ ਪਾਲਿਸੀਆਂ ਨੇ, ਇੱਕ ਮੂੰਹੀ ਗੱਲ ਹੋਣੀ ਚਾਹੀਦੀ ਹੈ, ਚਾਰੇ ਪਾਸੇ ਨਹੀਂ। ਆਹ ਜਿਹੜਾ ਅਸੀਂ ਏਜੰਡਾ ਲੈ ਕੇ ਆਏ ਆ ਪੰਜਾਬ ਦਾ, ਇਹਦੇ ਚ ਉਹ ਸਾਰੀਆਂ ਗੱਲਾਂ ਮੈਂਸ਼ਨ ਨੇ ਜਿਹੜੇ ਤੁਹਾਡੇ ਹੱਥਾਂ 'ਚ ਵੀ ਹੈ। ਪੂਰੀ ਡਿਟੇਲ ਸਾਡੀ ਵੈਬਸਾਈਟ ਤੇ ਮਿਲੂਗੀ। ਅਸੀਂ ਇਹਦੇ ਤੇ ਪਹਿਰਾ ਦੇਣ ਲਈ ਬੈਠੇ ਹਾਂ। 2.5-3 ਮਹੀਨੇ ਇਸ ਤੇ ਲਾਏ ਨੇ। ਜੇ ਐਗਰੀਕਲਚਰ ਬਾਰੇ ਗੱਲ ਕਰਨੀ ਹੈ ਤਾਂ ਮੈਨੂੰ ਲੱਗਦਾ ਦੁਨੀਆ ਵੀ ਦਵਿੰਦਰ ਸ਼ਰਮਾ ਜੀ ਤੇ ਸਿੱਧੂ ਸਾਹਿਬ ਵੱਲ ਵੇਂਦੀ ਹੈ, ਬਲਵਿੰਦਰ ਸਿੰਘ ਸਿੱਧੂ ਹੋਰਾਂ ਵੱਲ। ਤਾਂ ਕਿਉਂ ਨਹੀਂ ਅਸੀਂ ਇਹਨਾਂ ਦੀਆਂ ਸੇਵਾਵਾਂ ਲੈਂਦੇ? ਕਿਉਂ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਦੇ ਕੁਝ ਪ੍ਰਮੁੱਖਾਂ ਤੋਂ ਪੁੱਛਦੇ ਕਿ ਕੀ ਪਾਲਿਸੀ ਹੋਣੀ ਚਾਹੀਦੀ ਹੈ? ਕਿਉਂ ਨਹੀਂ ਅਸੀਂ ਡਾਕਟਰ ਦੀਪਤੀ ਦੇ ਗਰਗ ਹੋਰਾਂ ਤੋਂ ਪੁੱਛਦੇ ਕਿ ਸਾਡੀ ਹੈਲਥ ਦੀ ਪਾਲਿਸੀ ਕੀ ਹੋਵੇ? ਮਨਰੇਗਾ ਬਾਰੇ ਜੋ ਕੋਈ ਜਾਣਦਾ ਇਸ ਦੇਸ਼ 'ਚ ਸਭ ਤੋਂ ਜ਼ਿਆਦਾ ਹਮੀਰ ਸਿੰਘ ਤੋਂ ਕਿਉਂ ਨਹੀਂ ਪੁੱਛਦੇ? ਕਮਾਲ ਦੀ ਗੱਲ ਹੈ ਕਿ 5 ਕਿੱਲੇ ਵਾਲਾ ਇੱਕ ਕਿਸਾਨ ਮਨਰੇਗਾ ਦੀ ਦਿਹਾੜੀ ਲੈ ਸਕਦਾ ਹੈ, ਔਰ ਸਾਡੇ ਪਿੰਡ ਦੇ ਕਿਸਾਨਾਂ ਨੂੰ ਇਹ ਗੱਲ ਹੀ ਨਹੀਂ ਦੱਸੀ ਗਈ ਕਿ ਅਸੀਂ ਇੰਨੀ ਅਵੇਅਰਨੈਸ ਨਹੀਂ ਲੈ ਸਕਦੇ। ਅਸੀਂ ਇਹਨੇ ਪੰਜਾਬ ਕੋਲੇ ਪੈਸਾ ਹੈ ਨਹੀਂ, 3 ਲੱਖ ਕਰੋੜ ਦੇ ਕਰਜ਼ੇ ਹੇਠ ਹੈ। ਉਹ ਮਨਰੇਗਾ ਦਾ ਪੈਸਾ ਤਾਂ ਸੈਂਟਰ ਤੋਂ ਆ ਰਿਹਾ, ਫਿਰ ਵੀ ਨਹੀਂ ਅਸੀਂ ਲੈ ਪਾ ਰਹੇ। ਬੇਵਕੂਫੀਆਂ ਕਰਕੇ ਕਿਹੜਾ ਇੱਕ ਬੰਦਾ ਇੱਧਰ ਆ ਰਿਹਾ, ਪਾਰਟੀ ਚੋਂ ਛਾਲ ਮਾਰੀ ਜਾ ਰਹੀ ਹੈ, ਉਹ ਉੱਧਰ ਚਲਿਆ ਗਿਆ। 4.5 ਸਾਲ ਕੁਝ ਦਿਸਿਆ ਨਹੀਂ, ਹੁਣ ਸਡਨਲੀ ਸਾਰਾ ਕੁਝ ਦਿਸਣ ਲੱਗ ਗਿਆ। ਮਤਲਬ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਕਿਸੇ ਵੀ ਇੱਕ ਵਿਅਕਤੀ ਦੀ, ਪਾਰਟੀ ਦੀ ਨਾ ਤਾਂ ਪਕਸ਼ ਲਵੋ ਨਾ ਵਿਰੋਧ ਲਵੋ। ਏਜੰਡੇ ਦੀ ਗੱਲ ਕਰੋ, ਮੁੱਦੇ ਦੀ ਗੱਲ ਕਰੋ। ਅਸੀਂ ਆ ਮੁੱਦੇ ਲੈ ਕੇ ਆਏ ਆ, ਔਰ ਇਹ ਕੋਈ ਹਰਫੇ ਆਖਰ ਨਹੀਂਗਾ, ਲਾਸਟ ਵਰਡ ਨਹੀਂਗਾ। ਇਹਦੇ ਵਿੱਚ
ਜਿਹੜੇ ਬੁੱਧੀਜੀਵੀਆਂ ਨੂੰ ਅਸੀਂ ਅਪਰੋਚ ਨਹੀਂ ਕਰ ਪਾਏ, ਜਾਂ ਬਾਕੀ ਸਾਰੇ ਆਮੋ ਖਾਸ ਜਿੰਨੇ ਵੀ ਦੁਨੀਆ 'ਚ ਹੈਗੇ ਨੇ ਪੰਜਾਬ ਹਿਤੈਸ਼ੀ, ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਦੇ ਸੁਝਾਅ ਭੇਜੋ, ਆਪਦੀਆਂ ਰਾਇਆਂ ਦਿਓ ਔਰ ਜੁੜੋ ਸਾਡੇ ਨਾਲ। ਕਿਉਂਕਿ ਜੁੜਨ ਲਈ ਅਸੀਂ ਪਰਸੋਂ ਅਨਾਉਂਸ ਕੀਤਾ, ਬਹੁਤ ਸਾਰੇ ਲੋਕਾਂ ਦਾ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਰਿਸਪੌਂਸ ਆਇਆ। ਔਰ ਉਹਨਾਂ 'ਚ ਇੱਕ ਸਾਡਾ ਆਪਦਾ ਮੁੰਡਾ ਜਿਹੜਾ ਸਾਡੇ ਨਾਲ ਜੁੜਿਆ ਰਿਹਾ, ਅੰਦੋਲਨ ਕਿਸਾਨ 'ਚ ਵੀ ਅਸੀਂ ਜਾਂਦੇ ਰਹੇ, ਤਾਂ ਉਹਨੇ ਤਾਂ ਗਿਲਾ ਐ ਕੀਤਾ ਕਿ ਮੈਨੂੰ ਬਾਹੋਂ ਫੜ ਲਿਆ ਕਿ ਮੈਨੂੰ ਤਾਂ ਬਾਈ ਜੀ ਮੈਨੂੰ ਕਿਉਂ ਛੱਡ ਗਏ ਤੁਸੀਂ। ਮੈਂ ਕਿਹਾ ਯਾਰ ਆਪਣੀ ਗੱਲ ਨਹੀਂ ਹੋ ਪਾਈ, ਇਸ ਕਰਕੇ ਉਹਨੂੰ ਮੈਂ ਇੱਕ ਅੱਜ ਰੀਤ ਸ਼ੁਰੂ ਕਰਨ ਲੱਗਿਆ ਕਿ ਜਿਵੇਂ ਜੁੜਾਵ ਸ਼ੁਰੂ ਹੋਊਗਾ ਸਾਡਾ। ਉਹ ਹੈਗਾ ਰਣਜੀਤ ਬਾਵਾ। ਰਣਜੀਤ ਕਿੱਥੇ ਆ ਜਾ ਭਾਈ, ਤੂੰ ਵੀ ਸ਼ਾਮਲ ਹੋ ਜਾ ਸਾਡੇ 'ਚ। ਇਹ ਇਸ ਤਰ੍ਹਾਂ ਨਾਲ ਹੋਰ ਬਹੁਤ ਚਿਹਰੇ ਤੁਹਾਨੂੰ ਨਾਲ ਜੁੜਦੇ ਹੋਏ ਨਜ਼ਰ ਆਉਣਗੇ, ਔਰ ਅਸੀਂ ਉਹਨਾਂ ਤੋਂ ਜਿਹੜੇ ਨਹੀਂ ਵੀ ਜੁੜ ਰਹੇ ਸੁਝਾਅ ਮੰਗ ਰਹੇ ਹਾਂ। ਸਾਡੀ ਵੈਬਸਾਈਟ, ਉਹਦਾ ਪੂਰਾ ਤੁਹਾਨੂੰ ਜੋ ਐਡਰੈਸ ਵਗੈਰਾ ਹੁੰਦਾ ਹੈ, ਉਹਦੇ ਤੇ ਪਲੀਜ਼ ਆਪਦੇ ਸੁਝਾਅ ਭੇਜਿਓ ਜੇ, ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ। ਔਰ ਫਿਰ ਉਸ ਪੂਰੇ ਏਜੰਡੇ ਨੂੰ ਇੱਕ ਅਗਲੀ ਪਬਲਿਕ ਅਪੀਅਰੈਂਸ ਹੋ ਸਕਦਾ ਉਹ ਰੈਲੀ ਦੀ ਸ਼ਕਲ 'ਚ ਹੋਵੇ, ਉਹ ਸ਼ਕਲ ਜੋ ਵੀ ਹੋਊਗੀ ਅਸੀਂ ਤੁਹਾਨੂੰ ਅਨਾਉਂਸ ਕਰਾਂਗੇ। ਉਹਦੇ ਵਿੱਚ ਇੱਕ ਫਾਈਨਲ ਏਜੰਡਾ, ਫਾਈਨਲ ਮੀਨ ਆ ਵੀ ਫਾਈਨਲ ਹੀ ਹੈ, ਲੇਕਿਨ ਕਿ ਜਿੱਥੇ ਅਸੀਂ ਕਵਾਂਗੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਇਹਦੇ ਨਾਲ ਸਹਿਮਤ ਹੋਵੋ। ਜੇ ਤੁਸੀਂ ਇਹਦੇ ਨਾਲ ਸਹਿਮਤ ਨਹੀਂ ਹੋਏ ਸਾਡੇ ਏਜੰਡੇ ਨਾਲ, ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ, ਹਰ ਲੈਵਲ ਤੇ ਜਾ ਕੇ ਵਿਰੋਧ ਕਰਾਂਗੇ। ਉਹਦੀ ਸ਼ਕਲ ਕੀ ਹੋਊਗੀ ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇਵੋਲਵ ਹੁੰਦੀਆਂ ਨੇ, ਬਣਦੀਆਂ ਨੇ ਬਣਦਿਆਂ। ਤੇ ਜਿਹੜਾ ਬੰਦਾ, ਜਿਹੜੀ ਪਾਰਟੀ ਸਾਡੇ ਅੰਦਰ ਇਹਦੇ ਨਾਲ ਏਜੰਡੇ ਨਾਲ ਸਹਿਮਤ ਹੋਊਗੀ, ਉਹਦੀ ਅਸੀਂ ਮਦਦ ਵੀ ਕਰਾਂਗੇ। ਇਹ ਗਰੁੱਪ ਅੱਗੇ ਜਾ ਕੇ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਨ ਜਾ ਰਿਹਾ, ਇਹ ਕੋਈ ਇਲੈਕਸ਼ਨ ਨਹੀਂ ਲੜੂਗਾ। ਅਸੀਂ ਕਿਸੇ ਆਫਿਸ ਲਈ ਲੜਨ ਲਈ ਇੱਥੇ ਨਹੀਂ ਬੈਠੇਗੇ। ਬੱਬੂ ਮਾਨ ਨੂੰ ਕੋਈ ਚਾਅ ਨਹੀਂਗਾ ਮੁੱਖ ਮੰਤਰੀ ਬਣਨ ਦਾ, ਜਾਂ ਮੰਤਰੀ ਦਾ, ਜਾਂ ਗੁਲਪਨਾਗ ਨੂੰ, ਜਾਂ ਹਮੀਰ ਸਿੰਘ ਨੂੰ, ਜਾਂ ਦਵਿੰਦਰ ਸ਼ਰਮਾ ਜੀ ਨੂੰ, ਨਾ ਹੀ ਮੈਨੂੰ। ਅਸੀਂ ਆਏ ਹਾਂ ਕਿ ਜੇ ਪੰਜਾਬ ਬਚਾਉਣਾ ਹੈ, ਪੰਜਾਬ ਬਚਾਉਣਾ ਹੈ। ਮੈਨੂੰ ਲੱਗਦਾ ਹੌਲੀ ਹੌਲੀ ਕਿਤੇ ਇਹ ਵੀ ਜੁਮਲਾ ਨਾ ਬਣ ਜੇ, ਜੋਕ ਨਾ ਬਣ ਜੇ, ਕਿਉਂਕਿ ਮੇਰੇ ਕੋਲੇ ਬਹੁਤ ਲੋਕ ਆਏ, ਮੈਂ ਹਰ ਇੱਕ ਨੂੰ ਪੁੱਛਿਆ ਪੰਜਾਬ ਨੂੰ ਬਚਾਉਣ ਦਾ ਰਸਤਾ ਕੀ ਹੈ, ਮਾਡਲ ਕੀ ਹੈ। ਆਂਦੇ ਭਾਜੀ ਉਹ ਤਾਂ ਬਣ ਜੂਗਾ। ਉਹ ਮੈਂ ਕਿਹਾ 75 ਸਾਲ 'ਚ ਤਾਂ ਬਣਿਆ ਨਹੀਂ, ਹੁਣ ਬਣ ਜੂਗਾ। ਅਸੀਂ ਪਹਿਲਾਂ ਉਹ ਮੁੱਦੇ ਤਾਂ ਬਣਾ ਲਈਏ, ਫਿਰ ਪਾਰਟੀਆਂ 'ਚ ਜਾਣਾ, ਫਿਰ ਪਾਰਟੀਆਂ ਬਣਾਉਣਾ, ਫਿਰ ਡਿਸਾਈਡ ਕਰ ਲਈਏ। ਸੋ ਅਸੀਂ ਅੱਜ ਜਿਹੜਾ ਬੰਦਾ, ਔਰ ਅੱਗੇ ਤੱਕ ਜਿਹੜਾ ਬੰਦਾ ਵੀ ਸਾਡੇ ਇਸ ਏਜੰਡੇ ਨਾਲ ਸਹਿਮਤ ਹੋਊਗਾ ਉਹਦੀ ਮਦਦ ਕਰਾਂਗੇ। ਜਿਹੜਾ ਸਹਿਮਤ ਨਹੀਂ ਹੋਊਗਾ ਪਾਰਟੀ ਔਰ ਵਿਅਕਤੀ, ਉਹਦਾ ਵਿਰੋਧ ਕਰਾਂਗੇ, ਕਿਉਂਕਿ ਇਹ ਏਜੰਡਾ ਪੰਜਾਬ ਬਚਾਉਣਾ। ਅਭਿਨੇਤਰੀ ਗੁਲਪਨਾਗ, ਗਾਇਕ ਰਣਜੀਤ ਬਾਵਾ ਤੇ ਜਸ ਬਾਜਵਾ ਵੀ ਇਸ ਜਥੇਬੰਦੀ ਵਿੱਚ ਸ਼ਾਮਲ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਲੜਨਾ ਉਹਨਾਂ ਦਾ ਮਕਸਦ ਨਹੀਂ ਹੈ, ਉਹ ਸਿਰਫ ਚੋਣ ਲੜਨ ਵਾਲਿਆਂ ਤੋਂ ਜਵਾਬ ਮੰਗਣਗੇ। ਕਈ ਵਾਰ ਆਰਟਿਸਟਸ ਸ਼ਾਮਿਲ ਜ਼ਰੂਰ ਹੁੰਦੇ ਨਵੀਂ ਮੂਵਮੈਂਟਸ 'ਚ, ਪਰ ਕਿਉਂਕਿ ਜਿਹੜੀ ਮੂਵਮੈਂਟਸ ਉਹਨਾਂ ਨੂੰ ਸ਼ਾਮਿਲ ਕਰਦੀਆਂ ਨੇ, ਉਹ ਉਹਨਾਂ ਨੂੰ ਸਿਰਫ ਇੱਕ ਆਰਟਿਸਟ ਦੇ ਤੌਰ ਤੇ, ਕਰਾਊਡ ਪੁਲਰ ਦੇ ਤੌਰ ਤੇ, ਮੇਲੇ ਜਿਵੇਂ ਲੋਕ ਆਉਂਦੇ ਆ ਉਸ ਤੌਰ ਤੇ ਰਿਗਾਰਡ ਕਰਦੇ ਆ। ਪਰ ਜਦ ਉਹ ਲੋਕ ਆਪਣੀ ਮੁੱਦਿਆਂ ਤੇ, ਪਾਲਿਸੀਜ਼ ਤੇ, ਏਜੰਡਾ ਤੇ ਚਰਚਾ ਕਰਦੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਬਈ ਤੁਹਾਨੂੰ ਕੁਝ ਪਤਾ ਨਹੀਂ ਹੈਗਾ, ਤੁਹਾਨੂੰ ਰਾਜਨੀਤੀ ਬਾਰੇ ਕੁਝ ਨਹੀਂ ਪਤਾ, ਤੇ ਫਿਰ ਡਿਫਰੈਂਸਸ ਕ੍ਰੀਏਟ ਹੋ ਜਾਂਦੇ। ਮੈਂ ਕਿਸੇ ਪਾਰਟਿਕੂਲਰ ਸਿਆਸੀ ਦਲ ਦੀ ਗੱਲ ਨਹੀਂ ਕਰ ਰਹੀ, ਇਹ ਜਨਰਲ ਟੈਂਡੈਂਸੀ ਹੈ। ਉਹ ਚਾਹੁੰਦੇ ਹੈ ਕਿ ਕਲਾਕਾਰ ਨਾਲ ਜੁੜਨ ਆ ਕੇ, ਉਹ ਚਾਹੁੰਦੇ ਹੈ ਕਿ ਉਹਨਾਂ ਦੀ ਸਪੋਰਟ ਹੋਵੇ, ਜਿਹੜੀ ਉਹਨਾਂ ਦੀ ਪਬਲਿਕ ਪਰਸੈਪਸ਼ਨ ਹੈ ਉਹਨਾਂ ਨੂੰ ਯੂਜ਼ ਕੀਤਾ ਜਾਵੇ। ਪਰ ਜਦ ਉਹੀ ਲੋਕ ਆਪਣੀ ਪੋਜੀਸ਼ਨ ਲੈਣੇ ਆ ਮੁੱਦਿਆਂ ਤੇ, ਇਸ਼ੂਜ਼ ਤੇ, ਉਹ ਪਸੰਦ ਨਹੀਂ ਕੀਤਾ ਜਾਂਦਾ। ਤੇ ਕਿਉਂਕਿ ਇਹ ਮੁੱਦਿਆਂ ਤੇ, ਇਸ਼ੂਜ਼ ਤੇ, ਏਜੰਡਾਜ਼ ਦਾ ਇੱਕ ਮੰਚ ਹੈ, ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਕਲਾਕਾਰ ਅੱਜ ਨਾਲ ਜੁੜੇ ਹੈ ਉਹ ਜ਼ਰੂਰ ਜੁੜੇ ਰਹਿਣਗੇ। ਰੂਪ ਸ਼ਾਇਦ ਆਉਣ ਵਾਲੇ ਸਮੇਂ 'ਚ ਬਦਲ ਸਕਦੇ ਨੇ। ਇਸ ਸਮੇਂ ਜਿੱਥੇ ਸਿਆਸੀ ਪਾਰਟੀਆਂ ਵਿੱਚ ਇੱਕ ਤੋਂ ਬਾਅਦ ਇੱਕ ਗਾਇਕ ਸ਼ਾਮਿਲ ਹੋ ਰਹੇ ਨੇ, ਉਸ ਸਮੇਂ ਬੱਬੂ ਮਾਨ ਦੀ ਜਥੇਬੰਦੀ ਸਰਕਾਰਾਂ ਨੂੰ ਵਕਤ ਪਾਏਗੀ। ਇੱਕ ਪਾਸੇ ਕਾਂਗਰਸ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਾਮਿਲ ਕੀਤਾ ਤੇ ਦੂਜੇ ਪਾਸੇ ਆਪ ਨੇ ਅਨਮੋਲ ਗਗਨਮਾਨ ਤੇ ਗਾਇਕ ਬਲਕਾਰ ਸਿੱਧੂ ਨੂੰ ਟਿਕਟਾਂ ਦੇ ਦਿੱਤੀਆਂ। ਭਾਜਪਾ ਨੇ ਗਾਇਕ ਬੂਟਾ ਮੁਹੰਮਦ ਨੂੰ ਜੁਆਇਨ ਕਰਵਾ ਕੇ ਪੰਜਾਬ ਵਿੱਚ ਸਿਆਸੀ ਰਾਗ ਛੇੜ ਦਿੱਤਾ ਹੈ। ਇਸ ਸਮੇਂ ਤੱਕ ਸ਼ਾਇਦ ਹੀ ਕਿਸੇ ਨੂੰ ਉਮੀਦ ਸੀ ਕਿ ਬੱਬੂ ਮਾਨ ਕੋਈ ਅਜਿਹਾ ਉਪਰਾਲਾ ਕਰ ਸਕਦੇ ਨੇ। ਕਿਸਾਨੀ ਅੰਦੋਲਨ ਵਿੱਚ ਬੱਬੂ ਮਾਨ ਦਾ ਪੰਜਾਬ ਲਈ ਦਰਦ ਸਾਫ਼ ਦਿਖਾਈ ਦਿੱਤਾ। ਵੱਡੀ ਫੈਨ ਫੋਲੋਇੰਗ ਦੇ ਕਾਰਨ ਬੱਬੂ ਮਾਨ ਦੇ ਨਾਲ ਜੁੜੇ ਲੋਕ ਵੀ ਕਿਸਾਨੀ ਅੰਦੋਲਨ ਨਾਲ ਜੁੜ ਗਏ।
ਇਹ ਬੱਬੂ ਮਾਨ ਹੀ ਸੀ ਜਿਸ ਦੀ ਇੱਕ ਆਵਾਜ਼ ਤੇ ਕਈ ਨੌਜਵਾਨ ਅੰਦੋਲਨ ਵਿੱਚ ਬਾਬਿਆਂ ਦੇ ਨਾਲ ਆ ਕੇ ਡਟ ਗਏ। ਪਰ ਬੱਬੂ ਮਾਨ ਨੇ ਹਮੇਸ਼ਾ ਕਿਸਾਨ ਆਗੂਆਂ ਦੇ ਪਿੱਛੇ ਚੱਲਣ ਦੀ ਗੱਲ ਕਹੀ। ਮਾਨ ਸਾਹਿਬ ਨੇ ਕਿਹਾ ਕਿ ਇਸ ਅੰਦੋਲਨ ਨੇ ਉਹਨਾਂ ਜਜ਼ਬਾਤਾਂ ਨੂੰ ਆਵਾਜ਼ ਦਿੱਤੀ ਜਿਸ ਬਾਰੇ ਸੋਚਦਾ ਤਾਂ ਹਰ ਪੰਜਾਬੀ ਹੈ, ਪਰ ਉਸ ਨੂੰ ਸ਼ਬਦ ਨਹੀਂ ਮਿਲ ਰਹੇ ਸੀ। ਹੁਣ ਮੌਕਾ ਵੀ ਹੈ ਤੇ ਦਸਤੂਰ ਵੀ ਹੈ। ਸੋ ਇੱਕ ਵਾਰ ਫਿਰ ਗਾਇਕ ਮੈਦਾਨ ਵਿੱਚ ਨੇ, ਪਰ ਇਹ ਬਾਕੀ ਗਾਇਕਾਂ ਵਾਂਗ ਟਿਕਟਾਂ ਦੀ ਲੜਾਈ ਨਹੀਂ ਹੈ। ਇਹ ਲੜਾਈ ਹੈ ਪੰਜਾਬ ਬਚਾਉਣ ਦੀ। ਇਸੇ ਲਈ ਬੱਬੂ ਮਾਨ ਬਾਕੀ ਗਾਇਕਾਂ ਨਾਲੋਂ ਵੱਖ ਅਖਵਾਉਂਦੇ ਨੇ। ਬਿਊਰੋ ਰਿਪੋਰਟ, ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।